Let's begin with the definition. So supervision की ਹੁੰਦੀ है, it means overseeing the employees at work, कि employees जो अपने organization ਵਿੱਚ ਕੰਮ ਕਰ ਰਹੇ हैं ਉਹਨਾਂ ਤੇ ਆਪਾਂ ਇੱਕ check ਰੱਖਣਾ है. So it involves the training, the retraining and the evaluation of performance in order to improve their personal effectiveness at workplace. So basically ਉਹਨਾਂ ਨੂੰ ਆਪਾਂ supervise ਕਰਦੇ हैं in supervision. So these are some of the important aspects that are covered in the Salesforce supervision. We have already discussed this in definition. The first is observing, monitoring and reporting of the performance. किस दी performance? अपने Salesforce ਦੀ ਆਪਾਂ ਉਹਨਾਂ ਨੂੰ observe ਕਰਦੇ ਹਾਂ ਜਦੋਂ ਉਹ ਕੰਮ ਕਰਦੇ हैं, ਫਿਰ ਆਪਾਂ ਉਹਨਾਂ ਨੂੰ monitor ਕਰਦੇ हैं ਕਿ ਜਿਹੜੇ ਉਹਨਾਂ ਨੂੰ targets achieve ਜਿਹੜੇ ਉਹਨਾਂ ਨੂੰ ਟਾਰਗੇਟਸ ਅਸਾਈਨ ਕੀਤੇ ਸੀ ਜਾਂ ਆਬਜੈਕਟਿਵਸ ਅਸਾਈਨ ਕੀਤੇ ਸੀ ਉਹਨਾਂ ਦੇ ਅਕੋਰਡਿੰਗਲੀ ਉਹ ਪਰਫਾਰਮ ਕਰ ਰਹੇ ਹੈ ਜਾਂ ਨਹੀਂ ਕਰ ਰਹੇ. ਯੂ ਹੈਵ ਟੂ ਡਾਕੂਮੈਂਟ ਇਟ. ਆਪਾਂ ਉਹਨਾਂ ਨੂੰ ਡਾਕੂਮੈਂਟੇਸ਼ਨ ਬਹੁਤ ਜ਼ਰੂਰੀ ਹੈ ਕਿਸੇ ਦੀ ਪਰਫਾਰਮੈਂਸ ਦੀ. ਪਹਿਲਾਂ ਤਾਂ ਉਹਨਾਂ ਦੇ ਟਾਰਗੇਟਸ ਕੀ ਜਿਹੜੇ ਆਪਾਂ ਉਹਨਾਂ ਨੂੰ ਟਾਰਗੇਟਸ ਦਿੱਤੇ ਉਹ ਡਾਕੂਮੈਂਟਡ ਹੋਣੇ ਚਾਹੀਦੇ ਹੈ. ਉਹਨਾਂ ਨੂੰ ਉਹ ਕਿੰਨਾ ਉਹਨਾਂ ਨੇ ਉਹ ਟਾਰਗੇਟਸ ਨੂੰ ਅਚੀਵ ਕੀਤਾ, ਦੈਟ ਸ਼ੁੱਡ ਆਲਸੋ ਬੀ ਡਾਕੂਮੈਂਟਡ. ਦੈਨ ਇਜ਼ ਕਾਉਂਸਲਿੰਗ ਐਂਡ ਕੋਚਿੰਗ ਆਫ ਸੇਲਸਫੋਰਸ. ਸੋ ਇਨ ਆਰਡਰ ਟੂ ਅਚੀਵ ਦੇਅਰ ਟਾਰਗੇਟਸ, ਕਈ ਵਾਰੀ ਕੀ ਹੁੰਦਾ ਸੇਲਸਫੋਰਸ ਨੂੰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਜਾਂ ਕੋਚਿੰਗ ਦੀ ਜ਼ਰੂਰਤ ਹੁੰਦੀ ਹੈ. So it is the responsibility of the manager to advise the sales force or to provide a proper guidance so that the sales force can achieve their targets or they can match their performance with the standards. Then third one is information sharing. So ਇਹਦੇ ਵਿੱਚ ਕੀ ਹੁੰਦਾ ਹੈ, any kind of information, it can be related to sales, it can be related to new product development और some other HR policies, कोई सैलरी रिलेटेड इशू हो सकता है, वो इंफॉर्मेशन ਤੁਹਾਡੇ ਸੇਲਸ ਫੋਰਸ ਤਾਈਂ ਪਹੁੰਚਣੀ ਬਹੁਤ ਜ਼ਰੂਰੀ ਹੈ. ਔਰ ਕਿਸੇ ਤਰ੍ਹਾਂ ਦੀ ਨਿਊ ਪ੍ਰੋਡਕਟ ਲਾਂਚ ਹੋ ਰਿਹਾ ਉਹਦੇ ਰਿਲੇਟਡ ਸੇਲਸ ਫੋਰਸ ਕੋਲ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ. ਪ੍ਰਾਈਸਿੰਗ ਦੇ ਰਿਲੇਟਡ ਹੋਣੀ ਜ਼ਰੂਰੀ ਹੈ ਤਾਂ ਕਿ ਉਹ ਕਸਟਮਰਸ ਨੂੰ ਵਿਦ ਫੁੱਲ ਕੌਨਫੀਡੈਂਸ ਉਹ ਕਸਟਮਰਸ ਨਾਲ ਡੀਲ ਕਰ ਸਕਣ, ਉਹਨਾਂ ਨੂੰ ਕਨਵਿੰਸ ਕਰ ਸਕਣ. ਦੈਨ ਇਜ਼ ਫੀਡਬੈਕ ਐਂਡ ਸੋਲਵਿੰਗ ਆਫ ਪ੍ਰੋਬਲਮਸ. ਸੋ ਦਿਸ ਇਜ਼ ਇੰਪੋਰਟੈਂਟ ਵਨ. ਫੀਡਬੈਕ ਕਸਟਮਰ ਤੋਂ ਬੜੇ ਤਰ੍ਹਾਂ ਦੀ ਫੀਡਬੈਕ ਆਉਂਦੀ ਹੈ ਜੋ ਸੇਲਸ ਫੋਰਸ ਤੁਹਾਨੂੰ ਮੈਨੇਜਰ ਨੂੰ ਜਾਂ ਟਾਪ ਮੈਨੇਜਮੈਂਟ ਨੂੰ ਫਾਰਵਰਡ ਕਰਦਾ ਹੈ. ਸੋ ਉੱਦਾਂ ਦੀ ਫੀਡਬੈਕ ਬਹੁਤ ਜ਼ਰੂਰੀ ਹੈ ਕਿ ਪ੍ਰੋਪਰ ਤੁਸੀਂ ਫੀਡਬੈਕ ਆਪਣੇ ਸੇਲਸ ਫੋਰਸ ਤੋਂ ਗੇਨ ਕਰੋ ਔਰ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਅਗਰ ਕੋਈ ਕਸਟਮਰ ਦੀ ਗ੍ਰੀਵੀਐਂਸ ਹੈ ਉਹ ਦੂਰ ਕਰੋ. ਸੋ ਵੀ ਕੈਨ ਸੇ ਜਿਹੜਾ ਇੱਕ ਸੇਲਸ ਫੋਰਸ ਹੁੰਦਾ ਉਹ ਇੱਕ ਲਿੰਕ ਹੈ ਬਿਟਵੀਨ ਦੀ ਕਸਟਮਰ ਐਂਡ ਦੀ ਕੰਪਨੀ. ਸੋ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਹੈ ਫਰੋਮ ਐਨੀ ਸਾਈਡ ਉਹ ਪ੍ਰੋਪਰ ਹੋਣੀ ਚਾਹੀਦੀ ਹੈ. Then is motivation of Salesforce. This is the most important one. As we know that without motivation, the Salesforce cannot achieve their targets. So motivation किस तरह दी हो सकती है? It can be in terms of something monetary or non-monetary. Monetary means you can give some incentives or rewards for achieving their targets, and non-monetary means some kind of transfers or appreciation, or you can you can involve those people who have achieved the targets in decision making. So motivation बहुत ज़रूरी है. ਉਹ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ, in terms of money ਵੀ ਹੋ ਸਕਦੀ ਹੈ, ਜਾਂ ਤੁਸੀਂ ਜੋ ਤੁਹਾਡੇ EMPLOYEES ਟਾਰਗੇਟ ਅਚੀਵ ਕਰ ਰਹੇ ਹੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਿਸੀਜ਼ਨ ਮੇਕਿੰਗ ਵਿੱਚ ਉਹਨਾਂ ਦੀ ਤੁਸੀਂ ਹੈਲਪ ਕਰ ਸਕਦੇ ਹੋ, ਉਹਨਾਂ ਨੂੰ ਐਪਰੀਸ਼ੀਏਟ ਕਰ ਸਕਦੇ ਹੋ ਸਾਰਿਆਂ ਦੇ ਸਾਹਮਣੇ. ਸੋ ਇਹ ਸਾਰੇ these are 5 important aspects which are covered in Salesforce supervision.